ਗੱਲ ਜੀ ਫੇਸਬੁੱਕ YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਬਹੁਤ ਸਵਾਗਤ ਹੈ। ਦੋਸਤੋ ਜਿਹੜਾ ਅੱਜ ਦਾ ਲਾਈਵ ਸੈਸ਼ਨ ਹੈ ਇਹ ਤੁਸੀਂ ਸਾਰਾ ਦੇਖਣਾ। ਬੜਾ ਹੀ ਅੱਜ ਇੰਪੋਰਟੈਂਟ ਵਿਸ਼ਾ ਜਿਹਦੇ ਤੇ ਮੈਂ ਗੱਲ ਕਰਨੀ ਆ। ਵੈਸੇ ਤਾਂ ਮੇਰੀ ਆਦਤ ਆ ਕਿ ਮੈਂ ਰੈਗੂਲਰ ਰੂਟੀਨ 'ਚ ਹੀ ਜੋ ਅਪਡੇਸ਼ਨਸ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਤੁਹਾਡੇ ਨਾਲ ਗੱਲਬਾਤ ਕਰਦਾ ਹੀ ਰਹਿਣਾ ਲਾਈਵ ਹੋ ਕੇ। ਪਰ ਜੋ ਅੱਜ ਦਾ ਵਿਸ਼ਾ ਦੋਸਤੋ ਉਹ ਵਿਸ਼ਾ ਇਸ ਕਰਕੇ ਜ਼ਰੂਰੀ ਆ ਕਿ ਜਦੋਂ ਵੀ ਇਮੀਗ੍ਰੇਸ਼ਨ ਕੈਨੇਡਾ ਜਾਂ ਕਿਸੇ ਵੀ ਕੰਟਰੀ ਦੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਕੋਈ ਕਿਸੇ ਤਰੀਕੇ ਦੀ ਅਪਡੇਸ਼ਨ ਹੁੰਦੀ ਆ ਤਾਂ ਉਸ ਅਪਡੇਸ਼ਨ ਦਾ ਜਦੋਂ ਰੌਲਾ ਪੰਜਾਬ ਤੱਕ ਪਹੁੰਚਦਾ ਤਾਂ ਪੰਜਾਬ ਦੇ ਕੁਝ ਕੁ ਜਾਗਰੂਕ ਇਮੀਗ੍ਰੇਸ਼ਨ ਕੰਸਲਟੈਂਟ ਨੇ ਸਾਡੇ ਵੀਰ ਜਿਨ੍ਹਾਂ ਨੂੰ ਇਸ ਸਮੇਂ ਦੀ ਉਹ ਭਾਲ 'ਚ ਹੀ ਰਹਿੰਦੇ ਨੇ ਕਿ ਕਦੋਂ ਕੋਈ ਇਹੋ ਜਿਹਾ ਮੁੱਦਾ ਆਵੇ ਅਤੇ ਉਹ ਇਸ ਮੁੱਦੇ ਦੇ ਆਪਦੇ ਵੱਲੋਂ ਸੈਲਫ ਫੈਬਰੀਕੇਟਡ ਕੁਝ ਕੁ ਪੁਆਇੰਟਸ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਉਹ ਆਪਦੇ ਸੋਸ਼ਲ ਮੀਡੀਆ ਪਲੈਟਫਾਰਮਸ ਜਾਂ ਹੋਰ ਚੈਨਲਸ ਦੇ ਸੋਸ਼ਲ ਮੀਡੀਆ ਪਲੈਟਫਾਰਮਸ ਯੂਜ਼ ਕਰਕੇ ਤੁਹਾਨੂੰ ਗੁੰਮਰਾਹ ਕਰਨ ਅਤੇ ਇੱਕ ਨਵੇਂ ਤਰੀਕੇ ਦਾ ਬਿਜ਼ਨਸ ਮਾਡਲ ਰੈਡੀ ਕਰਕੇ ਲੋਕਾਂ ਤੱਕ ਪਹੁੰਚਾਉਣ, ਆਪਦੇ ਪੈਸੇ ਇਕੱਠੇ ਕਰਨ। ਹਰੇਕ ਬੰਦਾ ਪੈਸੇ ਲਈ ਕੰਮ ਕਰ ਰਿਹਾ, ਮੈਂ ਵੀ ਉਹ ਵੀ। ਪਰ ਇੱਕ ਚੀਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਵੀ ਸਾਡਾ ਫਰਜ਼ ਆ ਕਿ ਅਸੀਂ ਇਮੀਗ੍ਰੇਸ਼ਨ ਕੰਸਲਟੈਂਟ ਹਾਂ, ਕਰੀਅਰ ਕਾਉਂਸਲਰ ਹਾਂ, ਸਟੂਡੈਂਟ ਵੀਜ਼ਾ ਕੰਸਲਟੈਂਟ ਹਾਂ, ਸਾਡੇ ਵੱਲੋਂ ਬੋਲੇ ਗਏ ਲਫ਼ਜ਼ ਜਨਹਿਤ ਦੇ ਵਿੱਚ ਹੋਣੇ ਚਾਹੀਦੇ ਨੇ। ਪਰ ਜੇ ਅਸੀਂ ਉਹ ਜੋ ਅਸੀਂ ਬੋਲਦੇ ਹਾਂ ਇੰਟਰਵਿਊ ਸੈਸ਼ਨਸ ਦੌਰਾਨ ਜਾਂ ਆਪਦੇ ਲਾਈਵ ਸੈਸ਼ਨਸ ਦੌਰਾਨ ਜੇ ਉਹਨਾਂ ਦਾ ਸੰਬੰਧ ਸਿਰਫ ਅਤੇ ਸਿਰਫ ਇੱਕ ਪਰਟੀਕੂਲਰ ਬਿਜ਼ਨਸ ਮਾਡਲ ਪ੍ਰਮੋਟ ਕਰਨ ਦੇ ਵਿੱਚ ਲਈ ਆ ਤਾਂ ਸਾਡਾ ਜਿਹੜਾ ਉਹ ਅਸੀਂ ਆਪਦੀਆਂ ਡਿਊਟੀਜ਼ ਤੋਂ ਭੱਜ ਰਹੇ ਹਾਂ। ਦੋਸਤੋ ਮੈਂ ਗੱਲ ਕਰਨ ਜਾ ਰਿਹਾ ਚਾਹੇ ਕੈਨੇਡਾ ਬਾਰੇ ਵਿਸ਼ੇ 'ਤੇ ਇਸ ਵਾਰੀ ਗੱਲ ਕਰੂੰਗਾ। ਕੈਨੇਡਾ ਨੂੰ ਮੁੱਖ ਰੱਖ ਕੇ ਮੈਂ ਜ਼ਿਆਦਾਤਰ ਗੱਲ ਕਰਦਾ ਹੁੰਦਾ ਕਿਉਂਕਿ ਮੇਰਾ ਮੈਕਸੀਮਮ ਜਿਹੜਾ ਬਿਜ਼ਨਸ ਆ ਉਹ ਕੈਨੇਡਾ ਨਾਲ ਸੰਬੰਧਿਤ ਆ। ਦੋਸਤੋ ਜਦੋਂ ਵੀ ਕੈਨੇਡਾ ਦੇ ਵਿੱਚ ਕੋਈ ਚੇਂਜਿਸ ਆਈਆਂ ਨੇ, ਚਾਹੇ SPP ਚੇਂਜ ਹੋ ਕੇ SDS ਬਣੇ, ਚਾਹੇ ਗੌਰਮੈਂਟ ਚੇਂਜ ਹੋਣ ਲੱਗੇ ਜਦੋਂ ਵੋਟਾਂ ਆਉਣ, ਚਾਹੇ ਹੁਣ ਕਰੋਨਾ ਦੀ ਮਹਾਮਾਰੀ ਜੋ ਚੱਲ ਰਹੀ ਆ ਉਹਦੇ ਕਰਕੇ ਜੋ ਲੋਕਡਾਊਨ ਹੋਏ, ਕਰਫਿਊ ਲੱਗੇ, ਉਸ ਤੋਂ ਬਾਅਦ ਦੁਬਾਰਾ ਇੰਡਸਟਰੀ ਦੁਬਾਰਾ ਕਿਸ ਤਰੀਕੇ ਨਾਲ ਕੰਟਰੀਜ਼ ਰਿਵਾਈਵ ਕਰਨਗੀਆਂ, ਕਿਸ ਤਰੀਕੇ ਦੇ ਨਾਲ ਦੁਬਾਰਾ ਉਹ ਪਲੈਟਫਾਰਮ 'ਤੇ ਆਪਦੇ ਸਿਸਟਮ ਨੂੰ ਲੈ ਕੇ ਆਉਣਗੀਆਂ। ਉਸ ਤੋਂ ਪਹਿਲਾਂ ਹੀ ਕੁਝ ਕੁ 2-4% ਮੇਰੇ ਵੀਰ ਨੇ ਖਣੀ ਤਾਂ ਉਹਨਾਂ ਦਾ ਸੰਬੰਧ ਡਾਇਰੈਕਟ UNO ਦੇ ਨਾਲ ਆ ਕਿ ਉਹਨਾਂ ਨੂੰ ਇੰਟਰਨਲ ਖਬਰਾਂ ਪਹਿਲਾਂ ਹੀ ਮਿਲ ਜਾਂਦੀਆਂ ਨੇ ਅਤੇ ਉਹ ਫਿਰ ਪੈਸੇ ਦਾ ਜ਼ੋਰ ਆ। ਚਲੋ ਕਿਸੇ ਵੀ ਸੋਸ਼ਲ ਮੀਡੀਆ ਦਾ ਪਲੈਟਫਾਰਮ ਤੁਸੀਂ ਪੈਸੇ ਦੇ ਕੇ ਖਰੀਦ ਸਕਦੇ ਹੋ, ਪਰ ਮੇਰੀ ਇੰਨੀ ਕੁ ਬੇਨਤੀ ਜ਼ਰੂਰ ਆ ਉਸ ਸੋਸ਼ਲ ਮੀਡੀਆ ਚੈਨਲਸ ਨੂੰ ਕਿ ਔਥੈਂਟਿਸਿਟੀ ਚੈੱਕ ਕਰਨਾ ਤੁਹਾਡਾ ਫਰਜ਼ ਆ ਕਿ ਜੋ ਬੰਦਾ ਜੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਗੱਲ ਕਰ ਰਿਹਾ ਉਹ ਕਿੰਨੀ ਕੁ ਸੱਚ ਆ ਅਤੇ ਉਹ ਕਿੰਨੀ ਕੁ ਜਨਹਿਤ ਦੇ ਵਿੱਚ ਆ, ਸਟੂਡੈਂਟਸ ਦੇ ਹਿੱਤ ਦੇ ਵਿੱਚ ਆ। ਜੇ ਮੈਂ ਅੱਜ ਦੋਸਤੋ ਤੁਹਾਡੇ ਨਾਲ ਇਸ ਪਲੈਟਫਾਰਮ 'ਤੇ ਬੈਠ ਕੇ ਇਹ ਗੱਲ ਕਰਾਂ ਕਿ ਸਟੂਡੈਂਟ ਕੈਨੇਡਾ ਪੜ੍ਹਨ ਜਾਣ ਬਿਨਾਂ ਅੰਗਰੇਜ਼ੀ ਸਿੱਖੇ ਤਾਂ ਇਹ ਤੁਸੀਂ ਮੈਨੂੰ ਦੱਸੋ ਕਿ ਕਿੱਡੀ ਕੁ ਸੂਝਵਾਨ ਗੱਲ ਆ ਜਾਂ ਇਹ ਕਿੰਨੀ ਕੁ ਇਸ ਗੱਲ ਦਾ ਪ੍ਰੂਵ ਆ ਕਿ ਮੈਂ ਇੱਕ ਸੂਝਵਾਨ ਇਮੀਗ੍ਰੇਸ਼ਨ ਜਾਂ ਕਰੀਅਰ ਕਾਉਂਸਲਰ ਹਾਂ। ਤੁਸੀਂ ਉਸ ਮੁਲਕ ਦੇ ਵਿੱਚ ਬੱਚਿਆਂ ਨੂੰ ਭੇਜ ਰਹੇ ਹੋ ਜਿੱਥੇ ਇੰਗਲਿਸ਼ ਦੀ ਲੈਂਗੁਏਜ ਜਿਹੜੀ ਫਸਟ ਲੈਂਗੁਏਜ ਆ ਇੰਗਲਿਸ਼ ਅਫੀਸ਼ੀਅਲ ਲੈਂਗੁਏਜ ਆ, ਜਿੱਥੇ ਜਿੰਨੀਆਂ ਅਸਾਈਨਮੈਂਟਸ ਬਣਨੀਆਂ ਨੇ, ਜਿੰਨੇ ਲੈਕਚਰਸ ਡਿਲੀਵਰ ਹੋਣੇ ਨੇ ਉਹ ਮੈਕਸੀਮਮ ਇੰਗਲਿਸ਼ ਲੋਕਾਂ ਵੱਲੋਂ ਦਿੱਤੇ ਜਾਣੇ ਨੇ। ਅਸੀਂ ਸਟੂਡੈਂਟਸ ਨੂੰ ਕਹਿ ਰਹੇ ਹਾਂ ਕਿ ਯੂਨੀਵਰਸਿਟੀਜ਼ ਅਤੇ ਕਾਲਜਸ ਦੇ ਵਿੱਚ ਪੜ੍ਹਨ ਜਾਓ ਪਰ ਬਿਨਾਂ ਅੰਗਰੇਜ਼ੀ ਸਿੱਖੇ। ਦੋਸਤੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਪਰਟੀਕੂਲਰ ਬਿਆਨ ਦੇ ਵਿੱਚ ਜਿਹੜੇ ਵੀ ਮੇਰੇ ਵੀਰ ਨੇ ਦਿੱਤੇ ਆ ਤੁਸੀਂ ਭਲੀ ਭਾਂਤੀ ਜਾਣੂ ਆ। ਅਸੀਂ ਕੁਝ ਕੁ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਕਿ ਨਾ ਬੋਲ ਕੇ ਕਿਸੇ ਦਾ ਵਿਰੋਧ ਕਰਨਾ, ਮੈਂ ਇਸ ਨੂੰ ਚੰਗਾ ਨਹੀਂ ਸਮਝਦਾ। ਪਰ ਜਦੋਂ ਵੀ ਕੋਈ ਗਲਤ ਖਬਰ ਜਾਂ ਕੋਈ ਗਲਤ ਪ੍ਰੋਪੇਗੈਂਡਾ ਮਾਰਕੀਟ ਦੇ ਵਿੱਚ ਆਊਗਾ ਤਾਂ ਮੈਂ ਆਪਦੇ ਸੁਣਨ ਵਾਲੇ ਸਰੋਤਿਆਂ ਨੂੰ ਉਹਦੇ ਪ੍ਰਤੀ ਅਵੇਅਰ ਕਰੂੰਗਾ ਅਤੇ ਇਹ ਮੇਰਾ ਫਰਜ਼ ਵੀ ਆ। ਦੋਸਤੋ ਮੈਨੂੰ ਨਹੀਂ ਪਤਾ ਉਹ ਕਿਹੜੀ ਮਾਰਕੀਟ ਨੂੰ ਟਾਰਗੇਟ ਕਰ ਰਹੇ ਨੇ, ਮੈਨੂੰ ਨਹੀਂ ਪਤਾ ਉਹਨਾਂ ਦੀ ਮਾਰਕੀਟ ਕਿਹੋ ਜਿਹੇ ਲੋਕ ਨੇ। ਮੈਨੂੰ ਸਿਰਫ ਇੰਨਾ ਪਤਾ ਕਿ CIC ਦੀ ਜਿਹੜੀ ਅਪਡੇਸ਼ਨ ਆ ਉਸ ਤੋਂ ਵੱਧ ਇੰਪੋਰਟੈਂਟ ਅਤੇ ਉਸ ਤੋਂ ਵੱਧ ਜ਼ਰੂਰੀ
ਜਾਂ ਉਸ ਤੋਂ ਵੱਧ ਆਥੈਂਟਿਕ ਇਨਫੋਰਮੇਸ਼ਨ ਤੁਸੀਂ ਕਿਤੋਂ ਵੀ ਪ੍ਰਾਪਤ ਨਹੀਂ ਕਰ ਸਕਦੇ। ਸੋ ਸਭ ਤੋਂ ਪਹਿਲਾਂ ਸਾਡੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜਾ ਤੁਸੀਂ ਸਟੈਪ ਚੱਕਣਾ ਹੁੰਦਾ ਉਹ ਇਹ ਚੱਕਣਾ ਹੁੰਦਾ ਕਿ ਮੇਰੇ ਵੱਲੋਂ ਬੋਲੇ ਗਏ ਸ਼ਬਦਾਂ ਨੂੰ, ਮੇਰੇ ਵੱਲੋਂ ਦਿੱਤੇ ਗਏ ਬਿਆਨ ਕਿੰਨੇ ਕੁ ਸਹੀ ਨੇ, ਇਹ ਤੁਸੀਂ ਜਾ ਕੇ CIC ਤੇ ਆਪ ਚੈੱਕ ਕਰਨੇ ਹੁੰਦੇ ਨੇ। ਜੇ ਮੈਂ ਗੱਲ ਕਰਾਂ ਲੋਕਡਾਊਨ ਹੋਣ ਤੋਂ ਬਾਅਦ 22 ਮਾਰਚ 25 ਮਾਰਚ ਤੋਂ ਬਾਅਦ ਹੁਣ ਤੱਕ CIC ਵੱਲੋਂ ਇੱਕ ਅਪਡੇਸ਼ਨ ਦਿੱਤੀ ਗਈ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਨੂੰ ਧਿਆਨ 'ਚ ਰੱਖਦੇ ਹੋਏ, ਉਹ ਆ ਕਿ ਜੇ ਤੁਸੀਂ ਆਨਲਾਈਨ ਪੜ੍ਹਦੇ ਹੋ, ਤੁਸੀਂ ਕੈਨੇਡਾ 'ਚੋਂ ਵੀਜ਼ਾ ਲੱਗ ਚੁੱਕਿਆ, ਐਡਮਿਸ਼ਨ ਹੋਈ ਆ, ਕੈਨੇਡਾ ਪਹੁੰਚ ਚੁੱਕੇ ਹੋ, ਕੈਨੇਡਾ ਪਹੁੰਚੇ ਨਹੀਂ, ਇੰਡੀਆ ਬੈਠੇ ਹੋ, ਜੇ ਤੁਸੀਂ ਆਨਲਾਈਨ ਪੜ੍ਹ ਲੈਂਦੇ ਹੋ, 50% ਕੋਰਸ ਵੀ ਤੁਸੀਂ ਆਨਲਾਈਨ ਆਪਦਾ ਪੂਰਾ ਕਰ ਲੈਂਦੇ ਹੋ, ਤਾਂ ਉਹਨੂੰ ਫੁੱਲ ਟਾਈਮ ਐਜੂਕੇਸ਼ਨ ਗਿਣੀ ਜਾਊਗੀ। ਤਾਂ ਜੋ ਜਦੋਂ ਤੁਸੀਂ ਆਪਦਾ ਪੜ੍ਹ ਕੇ PGW ਅਪਲਾਈ ਕਰੋਗੇ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਪਹਿਲਾਂ COVID-19 ਦੇ ਜੋ ਇਹ ਪ੍ਰੋਬਲਮ ਤੋਂ ਪਹਿਲਾਂ ਜੇ ਤੁਸੀਂ ਆਨਲਾਈਨ ਐਜੂਕੇਸ਼ਨ ਲੈਂਦੇ ਸੀ ਤਾਂ ਉਹਨੂੰ ਫੁੱਲ ਟਾਈਮ ਸਟੂਡੈਂਟ ਨਹੀਂ ਗਿਣਿਆ ਜਾਂਦਾ ਸੀ, ਤੇ ਸਟੂਡੈਂਟ ਜਿਹੜਾ ਫੁੱਲ ਟਾਈਮ ਨਹੀਂ ਗਾ ਉਹ ਆਪਦਾ PG ਮਤਲਬ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਦੇ ਲਈ ਐਲੀਜੀਬਲ ਨਹੀਂ ਮੰਨਿਆ ਜਾਂਦਾ ਸੀ। ਇਸ ਇਨਫੋਰਮੇਸ਼ਨ ਤੋਂ ਬਿਨਾਂ ਜੇ ਕੋਈ ਹੋਰ ਇਨਫੋਰਮੇਸ਼ਨ CIC ਤੇ ਤੁਹਾਨੂੰ ਮਿਲ ਜਾਵੇ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ, ਤਾਂ ਤੁਸੀਂ ਮੈਨੂੰ ਵੀ ਪਲੀਜ਼ ਉਹਦੇ ਬਾਰੇ ਜਾਣੂ ਕਰਵਾ ਦਿਓ। ਦੂਸਰੀ ਗੱਲ ਦੋਸਤੋ, ਮੈਂ ਇੱਕ ਗੱਲ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ, ਮੇਰਾ ਇਹ ਨਜ਼ਰੀਆ ਆ, ਮੇਰੇ ਵਾਂਗੂ ਹੋਰ ਬਹੁਤਿਆਂ ਦਾ ਇਹੀ ਨਜ਼ਰੀਆ ਹੋਊਗਾ ਕਿ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਜਿਸ ਤਰੀਕੇ ਨਾਲ ਬੋਲਿਆ ਜਾਂਦਾ ਨਾ, ਪਹਿਲੀ ਗੱਲ ਤਾਂ ਚਲੋ ਆਪਾਂ ਉਹਨਾਂ ਬੰਦਿਆਂ ਦੀ ਗੱਲ ਹੀ ਨਾ ਕਰੀਏ ਜਿਨ੍ਹਾਂ ਦਾ ਕੋਈ ਕੀ ਕਹਿੰਦੇ ਹੁੰਦੇ ਆ, ਇੱਕ ਜ਼ੁਬਾਨ ਹੀ ਹੈ ਨਹੀਂ, ਕਦੇ ਕੈਨੇਡਾ ਮਾੜਾ, ਕਦੇ ਇੰਡੀਆ ਮਾੜਾ, ਕਦੇ ਇੰਡੀਆ ਮਾੜਾ, ਕਦੇ ਕੈਨੇਡਾ ਚੰਗਾ, ਕਦੇ ਕੈਨੇਡਾ ਪਹੁੰਚ ਕੇ ਜਵਾਕ ਵਿਗੜ ਗਏ, ਕਦੇ ਇੰਡੀਆ ਭਈਏ ਭੱਜ ਗਏ, ਹੁਣ ਇੰਡੀਆ ਪੰਜਾਬ ਬਰਬਾਦ ਹੋ ਜਾਣਾ। ਇੱਕ ਜ਼ੁਬਾਨ ਹੀ ਹੈ ਨਹੀਂ। ਦੇਖੋ ਮੈਂ ਅੱਜ ਇੱਕ ਗੱਲ ਦੱਸਣੀ ਚਾਹੁੰਦਾ ਤੁਹਾਨੂੰ, ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਹਰ ਚੀਜ਼, ਹਰ ਪ੍ਰੋਬਲਮ ਦਾ ਇੱਕ ਹੱਲ ਹੁੰਦਾ, ਉਹ ਹੱਲ ਹੋਣ ਤੋਂ ਬਾਅਦ ਸਮਾਂ ਲੱਗ ਜਾਂਦਾ, ਦੁਬਾਰਾ ਫਿਰ ਗੱਡੀਆਂ ਪਲੈਟਫਾਰਮ 'ਤੇ ਉਵੇਂ ਹੀ ਭੱਜਦੀਆਂ ਨੇ, ਭੱਜਣਗੀਆਂ ਜਿਵੇਂ ਪਹਿਲਾਂ ਭੱਜਦੀਆਂ ਨੇ। ਸੋ ਪੈਨਿਕ ਨਾ ਹੋਵੋ ਗੱਲਾਂ ਸੁਣ ਕੇ। ਮੈਨੂੰ ਪਤਾ ਲੱਗ ਗਿਆ ਵੀ ਪੈਨਿਕ ਤੁਸੀਂ ਨਹੀਂ ਹੋਏ, ਕਿਉਂਕਿ ਜੇ ਅੱਜ ਮੈਂ ਉਸ ਵੀਡੀਓ ਨੂੰ ਖੋਲ੍ਹਾਂ, ਉਹ ਜਿਹੜਾ ਉਹ ਇੰਟਰਵਿਊ ਸੈਸ਼ਨ ਚੱਲ ਰਿਹਾ, ਤੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਵੀ ਆ ਉਸ ਚੈਨਲ ਨੂੰ ਕਿ ਤੁਸੀਂ ਵੀ ਜ਼ਰੂਰ ਉਸ ਵੀਡੀਓ ਨੂੰ ਖੋਲ੍ਹੋ ਅਤੇ ਥੱਲੇ ਜੇ ਕਮੈਂਟ ਪੜ੍ਹ ਲਓ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਲੋਕ ਸਾਡੇ ਜਾਗਰੂਕ ਨੇ, ਇੰਨੇ ਵੀ ਪਾਗਲ ਨਹੀਂ ਗੇ ਜਿੰਨੇ ਆਪਾਂ ਲੋਕਾਂ ਨੂੰ ਸਮਝੀ ਬੈਠੇ ਹਾਂ। ਦੋਸਤੋ ਮੈਂ ਇੱਕ ਮੈਸੇਜ ਉਹਨਾਂ ਸਟੂਡੈਂਟਸ ਵਾਸਤੇ ਅੱਜ ਤੁਹਾਨੂੰ ਰੂਬਰੂ ਹੋ ਕੇ ਅੱਜ ਇਹੀ ਮੈਸੇਜ ਦੱਸਣ ਲਈ ਆਇਆ ਕਿ ਇੱਕ ਮੈਸੇਜ ਉਹ ਸਟੂਡੈਂਟ ਵਾਸਤੇ ਜਿਹੜਾ +2 ਦੇ ਪੇਪਰ ਦੀ ਐਗਜ਼ਾਮ ਪੂਰੇ ਹੋਣ ਦੀ ਵੇਟ ਕਰ ਰਿਹਾ। ਡੇਟ ਸ਼ੀਟ ਆਊਗੀ, ਡੇਟ ਸ਼ੀਟ ਆ ਗਈ, ਕਈਆਂ ਦੀ ਆਉਣ ਵਾਲੀ ਹੋਊਗੀ, ਦੂਸਰੇ ਜਿਨ੍ਹਾਂ ਦੀ ਆ ਗਈ ਆ ਉਹ ਆਪਦੇ ਉਸ ਹਿਸਾਬ ਦੇ ਨਾਲ ਪੜ੍ਹਾਈ ਪੂਰੀ ਕਰਨ 'ਚ ਧਿਆਨ ਦੇਣ। ਕਿਸੇ ਵੀ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਕੋਈ ਵੀ ਗਲਤ ਫੈਸਲਾ ਆਪਦੀ ਲਾਈਫ ਦੇ ਵਿੱਚ ਹੁਣ ਲੈਣਾ ਨਹੀਂ। ਰੀਜ਼ਨ ਬਿਹਾਈਂਡ, ਜਦੋਂ ਇਹੋ ਜਿਹੀ ਪ੍ਰੋਬਲਮ ਆਉਂਦੀ ਆ ਤਾਂ ਉਦੋਂ ਸਭ ਤੋਂ ਪਹਿਲਾਂ ਜਿਹੜਾ ਇੰਪੈਕਟ ਆ ਸਾਡੇ ਫਾਈਨੈਂਸ਼ੀਅਲ ਸਟੇਟਸ 'ਤੇ ਪੈਂਦਾ। ਉਹ ਭਾਵੇਂ ਮੈਂ ਆ, ਭਾਵੇਂ ਕੋਈ ਹੋਰ ਕਾਰੋਬਾਰ ਕਰਨ ਵਾਲਾ ਬੰਦਾ ਆ, ਭਾਵੇਂ ਤੁਹਾਡੇ ਪੇਰੈਂਟਸ ਆ, ਉਹਨਾਂ ਦੇ ਫਾਈਨੈਂਸ਼ੀਅਲ ਸਟੇਟਸ ਦੇ ਉੱਤੇ ਪੈਣਾ ਆ। ਸੋ ਹੁਣ ਸਾਡੇ ਕੋਲੇ ਇੱਕ ਸਿੰਗਲ ਪੈਨੀ ਵੀ ਨਹੀਂ ਆ ਕਿ ਅਸੀਂ ਉਹਨੂੰ ਖਰਾਬ ਕਰ ਸਕੀਏ, ਪਰ ਸਾਡੇ ਕੋਲੇ ਟਾਈਮ ਬਹੁਤ ਆ ਕਿ ਅਸੀਂ ਆਪਦੀ ਉਸ ਹਰ ਪੈਸੇ ਨੂੰ ਤੇ ਆਪਦੇ ਹਰ ਜ਼ਿੰਦਗੀ ਦੇ ਸੈਕਿੰਡ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਕੇ ਅਸੀਂ ਆਪਦੀ ਆਉਣ ਵਾਲੀ ਲਾਈਫ ਨੂੰ ਜਿਹੜੇ ਅਸੀਂ ਫੈਸਲੇ ਲੈਣੇ ਨੇ, ਭਾਵੇਂ ਕਿਸੇ ਬਾਹਰ ਜਾ ਕੇ ਪੜ੍ਹਨਾ, ਭਾਵੇਂ ਇੱਥੇ ਕੋਈ ਪੜ੍ਹਾਈ ਸਿਲੈਕਟ ਕਰਨੀ ਆ ਜਾਂ ਕੋਈ ਕਾਰੋਬਾਰ ਸਿਲੈਕਟ ਕਰਨਾ, ਤੇ ਅਸੀਂ ਮੇਰਾ ਜਿਹੜਾ ਇਹ ਲਾਈਵ ਸੈਸ਼ਨ ਆ ਇੰਟਰਨੈਸ਼ਨਲ ਸਟੂਡੈਂਟ ਨਾਲ ਸੰਬੰਧਿਤ ਆ, ਸੋ ਮੈਂ ਉਸ ਵਿਸ਼ੇ ਨੂੰ ਆਧਾਰ ਬਣਾ ਕੇ ਹੀ ਗੱਲ ਕਰ ਰਿਹਾ। ਦੋਸਤੋ ਤੁਸੀਂ +2 ਦੇ ਵਿੱਚੋਂ, ਤੁਸੀਂ ਗ੍ਰੈਜੂਏਸ਼ਨ ਦੇ ਵਿੱਚੋਂ, ਤੁਹਾਡੇ ਹਜੇ ਐਗਜ਼ਾਮ ਹੋਣੇ ਨੇ, ਐਗਜ਼ਾਮਸ ਦਿਓ ਧਿਆਨ ਦੇ ਨਾਲ। CIC ਨੂੰ ਭਾਵੇਂ ਡੇਲੀ ਪੜ੍ਹ ਲਓ, ਉਹਦੇ 'ਤੇ ਅਪਡੇਸ਼ਨਸ ਦੇਖੋ। ਦੋਸਤੋ ਜੋ CIC ਅਪਡੇਟ ਕਰੂਗੀ ਉਸ ਨੂੰ ਆਧਾਰ ਬਣਾ ਕੇ ਆਪਦਾ ਕੇਸ ਪ੍ਰੋਸੈਸ ਕਰਨਾ ਆ। ਕੇਸ ਤੁਸੀਂ ਕਿਹਦੇ ਤੋਂ ਪ੍ਰੋਸੈਸ ਕਰਦੇ ਹੋ ਉਹ ਤੁਹਾਡੀ ਆਪਦੀ ਪਰਸਨਲ ਚੋਇਸ ਆ, ਪਰ ਜੋ CIC ਤੇ ਲਿਖਿਆ ਹੋਇਆ ਉਸ ਨੂੰ ਆਧਾਰ ਬਣਾ ਕੇ ਅਸੀਂ ਪ੍ਰੋਸੈਸ ਕਰਨਾ। ਜੇ CIC ਨੇ SDS ਦੇ ਨੋਰਮਸ ਲਾਗੂ ਕੀਤੇ ਨੇ, 6 ਇਨ ਈਚ ਬੈਂਡ ਸਕੋਰ, ਓਵਰਆਲ 6 +2 ਵਾਲਿਆਂ ਵਾਸਤੇ, ਗ੍ਰੈਜੂਏਸ਼ਨ ਵਾਲਿਆਂ ਵਾਸਤੇ 6.5 ਓਵਰਆਲ, ਨਾਟ ਲੈਸ ਦੈਨ 6 ਇਨ ਐਨੀ, ਤਾਂ ਤੁਸੀਂ ਉਹਦੇ ਲਈ ਪੜ੍ਹਨਾ ਆ। ਹਲੇ ਤੱਕ ਕੋਈ ਅਪਡੇਸ਼ਨ ਨਹੀਂ ਡਿਊਓਲਿੰਗੋ ਦੀ, ਹਜੇ ਤੱਕ ਕੋਈ ਅਪਡੇਸ਼ਨ ਨਹੀਂ ਵਿਦਆਊਟ ਆਈਲਟਸ ਦੀ। ਦੋਸਤੋ
ਬਸ ਸਿਰਫ ਤੇ ਸਿਰਫ ਭੀੜ ਇਕੱਠੀ ਕਰਕੇ 200 400 500 ਫਾਈਲ ਨੂੰ ਐਮਬੈਸੀ ਦੇ ਵਿੱਚ ਭੇਜ ਦਿਓ, 5 10 15 ਜਿਹੜੇ ਵੀਜ਼ੇ ਲਾ ਕੇ ਆਉਣਗੇ ਉਹਨਾਂ ਨੂੰ ਪੈਕੇਜ ਵੇਚ ਦਿਓ। ਇਹੀ ਇੱਕ ਸੌਦਾ ਆ। ਦੇਖੋ ਕਰੀਅਰ ਕਾਉਂਸਲਿੰਗ ਵਾਲੀ ਕੋਈ ਗੱਲ ਨਹੀਂ ਦੋਸਤੋ। ਮੈਂ ਇੱਕ ਗੱਲ ਸਟੂਡੈਂਟ ਮੇਰੇ ਜਿਹੜੇ ਵੀਰ ਸੁਣ ਰਹੇ ਹੋਣਗੇ ਜਿਹੜੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਦਾਖਲੇ ਲੈ ਕੇ ਕੈਨੇਡਾ ਪਹੁੰਚੇ ਨੇ, ਜ਼ਰੂਰ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕੀ ਮੁਸ਼ਕਲ ਆਈਆਂ, ਤਾਂ ਜੋ ਤੁਹਾਡੇ ਭੈਣ ਭਰਾ, ਤੁਹਾਡੇ ਸਾਕ ਸੰਬੰਧੀ ਜਿਨ੍ਹਾਂ ਨੇ ਹਜੇ ਕੇਸ ਅਪਲਾਈ ਕਰਨੇ ਨੇ ਉਹ ਬਚ ਜਾਣ, ਇਸ ਜੂਏ ਤੋਂ ਬਚ ਜਾਣ, ਉਹ ਬਚ ਜਾਣ, ਉਹ ਨਾ ਖੇਡਣ ਆਪਦੀ ਲਾਈਫ ਦੇ ਨਾਲ ਇਹੋ ਜਿਹਾ ਜੂਆ। ਕਿਉਂਕਿ ਜਿਹੜਾ ਸਟੂਡੈਂਟ ਲਾਈਫ ਦਾ, ਇੰਟਰਨੈਸ਼ਨਲ ਸਟੂਡੈਂਟ ਲਾਈਫ ਦਾ ਜਿਹੜਾ ਇਨੀਸ਼ੀਅਲ ਸਟੇਜ ਆ, ਉਹ ਵੀਜ਼ਾ ਇੱਥੋਂ ਸਟੈਂਪ ਹੋ ਕੇ ਕੈਨੇਡਾ ਪਹੁੰਚਣਾ। ਵੀਜ਼ਾ ਉਹਨਾਂ ਦਾ ਇੱਕ ਪਹਿਲਾ ਸਟੈਪ ਆ। ਇਹ ਮੈਂ ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਸਾਰੇ ਵੀਰਾਂ ਨੂੰ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਸਟੂਡੈਂਟ ਵੀਜ਼ਾ ਦੇ ਵਿੱਚ ਵੀਜ਼ਾ ਸਟੈਂਪ ਹੋ ਜਾਣਾ ਇੱਕ ਪਹਿਲਾ ਸਟੈਪ ਆ। ਸਾਰੀ ਉਹਨਾਂ ਨੇ ਜੰਗ ਨਹੀਂ ਜਿੱਤ ਲਈ, ਉਸ ਤੋਂ ਬਾਅਦ ਜਾ ਕੇ ਉਹਨਾਂ ਦੀ ਅਸਲੀ ਜੰਗ ਉੱਥੇ ਕੈਨੇਡਾ ਪਹੁੰਚ ਕੇ ਸ਼ੁਰੂ ਹੁੰਦੀ ਆ, ਜਦੋਂ ਉਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਭਾਵੇਂ 4 ਲੱਖ ਦੇ ਕੇ ਪਹੁੰਚ ਗਏ ਤੇ ਭਾਵੇਂ 5 ਲੱਖ ਦੇ ਕੇ ਪਹੁੰਚ ਗਏ, ਮਿੱਟੀ ਆ। ਉਸ ਤੋਂ ਬਾਅਦ ਵਿਚਾਰੇ ਉੱਥੇ ਪਹੁੰਚਣ ਸਾਰ ਉਹ ਇਹ ਚੀਜ਼ ਸੋਚਦੇ ਆ ਵੀ ਅਸੀਂ ਜਿਹੜੇ ਕਾਲਜ ਜਾਂ ਜਿਹੜੇ ਇੰਸਟੀਚਿਊਟ ਦੇ ਵਿੱਚ ਦਾਖਲਾ ਲੈ ਲਿਆ ਇਹਦਾ ਤਾਂ ਫਾਇਦਾ ਹੀ ਕੋਈ ਨਹੀਂ। ਫਿਰ ਉਹ ਬਾਪੂ ਨੂੰ ਦੁਬਾਰੇ ਫਿਰ ਕਾਲ ਲਾਉਂਦੇ ਆ ਕਿ ਬਾਪੂ 14-15 ਹਜ਼ਾਰ ਦਾ ਇੰਤਜ਼ਾਮ ਹੋਰ ਕਰਦੇ, ਮੈਨੂੰ SDS ਕਾਲਜ ਜਾਂ ਗਵਰਨਮੈਂਟ ਫੰਡਡ ਕਾਲਜ ਜਾਂ ਉਸ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਪਊਗਾ ਜਿੱਥੇ ਮੈਨੂੰ ਬਾਅਦ ਚੋਂ ਵਰਕ ਰਾਈਟਸ ਹੋਣ, PGW ਮਿਲੇ, ਤਾਂ ਜੋ ਮੈਂ ਆਪਦੀ PR ਨੂੰ ਪ੍ਰੋਸੈਸ ਕਰ ਸਕਾਂ। ਦੋਸਤੋ ਉਹ ਪਲੈਨਿੰਗ ਉੱਥੇ ਪਹੁੰਚਣ ਦੀ ਬਜਾਏ ਅੱਜ ਸਾਡੇ ਕੋਲੇ ਸਮਾਂ ਆ। ਹਰੇਕ ਕੋਈ ਝੂਠ ਨਹੀਂ ਇਹਦੇ ਵਿੱਚ ਵੀ ਗਵਰਨਮੈਂਟਸ ਰਿਲੈਕਸ ਕਰਨਗੀਆਂ ਸਟੂਡੈਂਟ ਵੀਜ਼ਾ ਨੂੰ, ਵਿਜ਼ਟਰ ਵੀਜ਼ਾ ਨੂੰ, ਹਰ ਤਰ੍ਹਾਂ ਦੇ ਪ੍ਰੋਸੈਸ ਨੂੰ, ਕਿਉਂਕਿ ਹਰੇਕ ਗਵਰਨਮੈਂਟ ਨੇ, ਹਰੇਕ ਮੁਲਕ ਦੀ ਗਵਰਨਮੈਂਟ ਨੇ ਆਪਦੀ ਇਕੋਨਮੀ ਨੂੰ ਦੁਬਾਰਾ ਪੈਰਾਂ ਸਿਰ ਕਰਨ ਦੇ ਲਈ ਬੜੀਆਂ ਨਵੀਆਂ ਯੋਜਨਾਵਾਂ ਬਣਾਉਣੀਆਂ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਵੇਂ ਕੁਝ ਲੋਕ ਕਹਿ ਰਹੇ ਨੇ ਕਿ ਉਹ ਹੁਣ ਇਹ ਕਹਿ ਦੇਣਗੇ ਵੀ ਜਿਹਦਾ ਜਿਵੇਂ ਲੋਟ ਲੱਗਦਾ ਉਹ ਉਵੇਂ ਕੈਨੇਡਾ ਪਹੁੰਚ ਜਾਓ। ਇਹ ਬੜੀ ਹੀ ਝੂਠੀ, ਗਲਤ ਤੇ ਇੱਕ ਇਹ ਕਹਿ ਸਕਦਾ ਕਿ ਹਾਸੋਹੀਣੀ ਬਿਆਨਬਾਜ਼ੀ ਆ। ਦੋਸਤੋ ਜਿਹਨੇ ਆਪਦੇ ਮੁਲਕ ਦੇ ਵਿੱਚ ਲੋਕਾਂ ਨੂੰ ਲੈ ਕੇ ਜਾਣਾ ਆ ਤੇ ਜਿੱਥੇ ਲਾਈਨਾਂ ਲੱਗੀਆਂ ਪਈਆਂ ਜਿਹੜੇ ਮੁਲਕ ਦੇ ਵਿੱਚ ਜਾਣ ਦੇ ਲਈ, ਅਗਲਾ ਸ਼ਾਨ ਓਨਾ ਹੀ ਬਰੀਕ ਰੱਖੂਗਾ। ਇਹ ਤੁਸੀਂ ਦਿਮਾਗ ਦੇ ਵਿੱਚੋਂ ਕੱਢ ਦਿਓ। ਮੈਂ ਤੁਹਾਨੂੰ ਅੱਜ ਇਹ ਇਨਫੋਰਮੇਸ਼ਨ ਦੇਣ ਦੇ ਲਈ ਲਾਈਵ ਹੋਇਆ। ਗਲਤ ਮਲਤ ਵੀਡੀਓਜ਼ ਦੇਖ ਕੇ ਕੋਈ ਦਿਮਾਗ ਦੇ ਉੱਤੇ ਆਪਦੇ ਇਹੋ ਜਿਹਾ ਪਰਤ ਨਹੀਂ ਜਮਾਉਣੀ ਗੀ ਕਿ ਪੜ੍ਹਨ ਦੀ ਲੋੜ ਨਹੀਂ। ਪੜ੍ਹੋ। ਜੇ ਤੁਹਾਡੀ 70 ਅਬਵ 80% ਅਬਵ ਤੁਹਾਡੇ ਨੰਬਰ ਹੋਣੇ ਚਾਹੀਦੇ ਆ, ਚੰਗੀ ਪਰਸੈਂਟੇਜ ਲਓ, ਚੰਗੇ ਕਾਲਜ ਦੇ ਵਿੱਚ ਦਾਖਲਾ ਲਓ। ਜੇ ਫੀਸਾਂ ਭਰਨ ਦੇ ਯੋਗ ਆ, ਤੁਹਾਡੇ ਪੇਰੈਂਟਸ ਨੂੰ ਪੁੱਛੋ। ਜਿਹੜੇ ਪੇਰੈਂਟਸ ਫੀਸ ਤਾਂ ਭਰਨੀਓ ਹੀ ਪੈਣੀ ਆ, ਜੇ ਅੱਜ ਵੀ 5 ਲੱਖ ਦੇ ਕੇ ਸਰਦਾ ਤਾਂ ਕੱਲ੍ਹ ਨੂੰ ਜਾ ਕੇ ਉਹ ਭਰਨੀ ਹੀ ਪੈਣੀ ਆ, ਹੱਲ ਹੀ ਕੋਈ ਨਹੀਂ। ਕਿਉਂਕਿ ਜੇ ਤਾਂ ਤੁਸੀਂ ਕੈਨੇਡਾ ਸਿਰਫ ਪੜ੍ਹਨ ਚੱਲੇ ਹੋ, ਤੁਸੀਂ 5 ਲੱਖ ਦੇ ਕੇ ਪੜ੍ਹ ਕੇ ਆ ਗਏ ਵਾਪਸ, ਫਿਰ ਤਾਂ ਗੁੱਡ ਇਨਫ ਆ। ਫਿਰ ਤੁਸੀਂ 5 ਲੱਖ ਦੇ ਕੇ ਪੜ੍ਹਿਓ, 4 ਲੱਖ ਦੇ ਕੇ ਪੜ੍ਹਿਓ। ਜੇ ਉੱਥੇ ਜਾ ਕੇ ਆਪਦੀ ਲਾਈਫ ਨੂੰ ਸੈਟਲ ਕਰਨਾ, ਪਰਮਾਨੈਂਟ ਰੈਜ਼ੀਡੈਂਟ ਹੋਣਾ, ਪੱਕੇ ਹੋ ਕੇ ਆਪਦੀ ਜ਼ਿੰਦਗੀ ਆਉਣ ਵਾਲਾ ਲਾਈਫ ਉੱਥੇ ਨਿਰਵਾਹ ਕਰਨ ਦੀ ਪਲੈਨਿੰਗ ਆ, ਫਿਰ ਇਨੀਸ਼ੀਅਲ ਲੈਵਲ ਤੋਂ ਪ੍ਰੋਪਰਲੀ ਪਲਾਨ ਕਰਕੇ ਚੱਲੋ ਦੋਸਤੋ। ਇੱਥੋਂ ਹੀ ਚੰਗੇ ਕਾਲਜਾਂ 'ਚ, ਚੰਗੀਆਂ ਯੂਨੀਵਰਸਿਟੀਆਂ 'ਚ ਦਾਖਲਾ ਲਓ, ਚੰਗੇ ਨੰਬਰ ਲੈ ਕੇ ਉੱਥੇ ਪਾਸ ਹੋਵੋ। ਜਿੰਨੇ ਵਰਕ ਰਾਈਟਸ ਮਿਲੇ ਨੇ 20 ਘੰਟੇ ਦੇ ਮਿਲੇ ਆ, 20 ਘੰਟੇ ਹੀ ਕੰਮ ਕਰੋ, ਬਿਨਾਂ ਕਿਸੇ ਗੱਲੋਂ, ਬਿਨਾਂ ਮਤਲਬ ਤੋਂ। ਲਾਸਟ ਸਮੈਸਟਰ ਤੋਂ ਪਹਿਲਾਂ ਪਾਰਟ ਟਾਈਮ ਨਾ ਹੋਵੋ, ਤਾਂ ਜੋ ਤੁਹਾਨੂੰ ਉੱਥੇ ਜਾ ਕੇ ਅੱਗੇ ਜਾ ਕੇ PG ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਬੜੀਆਂ ਵੱਡੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ। ਬਿਨਾਂ ਗੱਲੋਂ ਕਾਲਜ ਡਰੋਪ ਨਾ ਕਰੋ, ਬਿਨਾਂ ਗੱਲੋਂ ਕੋਰਸ ਡਰੋਪ ਨਾ ਕਰੋ, ਬਿਨਾਂ ਗੱਲੋਂ ਆਪਦੇ ਸਬਜੈਕਟ ਡਰੋਪ ਨਾ ਕਰੋ। ਆਪਦੀ ਪਹਿਲੀ ਫਸਟ ਪ੍ਰੈਫਰੈਂਸ ਉੱਥੇ ਪਹੁੰਚ ਕੇ ਪੜ੍ਹਾਈ ਨੂੰ ਦਿਓ। ਇਹੋ ਜਿਹੀਆਂ ਗੱਲਾਂ ਸਟੂਡੈਂਟਸ ਵੀਰਾਂ ਤੱਕ ਪਹੁੰਚਾਉਣ ਦੀ ਲੋੜ ਆ। ਜਿਹੜੀਆਂ ਗੱਲਾਂ ਤੁਸੀਂ ਬੈਠ ਕੇ ਅੱਜ ਕਰ ਰਹੇ ਹੋ ਨਾ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ, ਇਹ ਤੁਸੀਂ ਓਨੇ ਹੀ, ਬਸ ਫਰਕ ਸਿਰਫ ਇੰਨਾ ਹੀ ਆ, ਕੁਝ ਲੋਕ ਡੌਂਕੀ ਲਵਾ ਕੇ ਸਮੁੰਦਰਾਂ ਰਾਹੀਂ ਸਾਡੇ ਯੰਗਸਟਰ ਨੂੰ ਵਿਦੇਸ਼ਾਂ 'ਚ ਸੈੱਟ ਰਹੇ ਨੇ, ਤੇ ਤੁਸੀਂ ਬਸ ਲੀਗਲ ਇੱਕ ਸਟਿੱਕਰ ਸਟੂਡੈਂਟ ਵੀਜ਼ਾ ਦਾ ਦੇ ਕੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਸੈੱਟ ਰਹੇ ਹੋ ਬਿਨਾਂ ਕਿਸੇ ਪਲੈਨਿੰਗ ਤੋਂ। ਤੁਸੀਂ ਵੀ ਓਡੇ ਵੱਡੇ ਗੁਨਾਹਗਾਰ ਹੋ ਦੋਸਤੋ। ਪਲੈਨਿੰਗ ਨਾਲ ਤੁਹਾਡੇ ਮਾਂ-ਪਿਓ ਨੇ ਜਿਹੜਾ ਇਨੀਸ਼ੀਅਲ ਲੈਵਲ 'ਤੇ ਫੰਡ ਇਕੱਠਾ ਕਰਨਾ, ਉਹ ਬੜਾ ਹੀ ਔਖਾ ਤੇ ਬੜੇ ਹੀ ਮੁਸ਼ਕਲਾਂ ਨੂੰ ਦੇ ਵਿੱਚ ਗੋ ਥਰੂ ਹੋ ਕੇ ਉਹਨਾਂ ਨੇ ਕਰਨਾ ਆ। ਉਹਦੇ ਵੇਸਟ ਨਹੀਂ ਕਰਨਾ ਉਹ ਸਿੰਗਲ ਪੈਨੀ ਵੀ। ਚੰਗੀ ਕਾਲਜ, ਚੰਗੀ ਯੂਨੀਵਰਸਿਟੀ, ਚੰਗੇ ਕੋਰਸ ਦੇ ਵਿੱਚ ਐਡਮਿਸ਼ਨ ਲੈਣਾ, ਤਾਂ ਜੋ ਤੁਹਾਡਾ ਆਉਣ ਵਾਲਾ ਭਵਿੱਖ ਆ ਉਹ ਸੁਨਹਿਰੀ ਹੋਵੇ। ਉੱਥੇ ਤੁਹਾਨੂੰ ਦਰ ਨਾ ਭਟਕਣਾ ਪਵੇ। ਇਹ ਤਾਂ ਇੱਥੇ ਬੈਠ ਕੇ ਮੈਂ ਵੀ ਇੱਥੇ ਬੈਠਾ, ਸਾਰੇ ਮੇਰੇ ਵੀਰ ਇੱਥੇ ਬੈਠੇ, ਅਸੀਂ ਲੱਖਾਂ ਕਰੋੜਾਂ ਰੁਪਈਆ ਕਮਾ ਰਹੇ ਹਾਂ ਤੁਹਾਡੀ ਮਿਹਰਬਾਨੀ ਨਾਲ, ਇਸ ਇੰਡਸਟਰੀ ਦੀ ਮਿਹਰਬਾਨੀ ਦੇ ਨਾਲ। ਪਰ ਸਾਨੂੰ ਕੋਈ ਫਰਕ ਨਹੀਂ ਪੈਣਾ, ਭਟਕਣਾ ਤੁਸੀਂ ਆ। ਉੱਥੇ ਜਾ ਕੇ 1000, ਮੈਂ ਅੱਗੇ ਮੈਂ ਜ਼ਿਕਰ ਕੀਤਾ, 1000 ਸਟੂਡੈਂਟ ਇਕੱਲਾ GTA ਦੇ ਵਿੱਚ ਜਿਨ੍ਹਾਂ ਦੀ
ਇਨਫੋਰਮੇਸ਼ਨ ਮੈਨੂੰ ਆ ਕਿ ਉਹ ਆਊਟ ਆਫ ਸਟੇਟਸ ਉੱਥੇ ਘੁੰਮ ਰਹੇ ਨੇ। ਇਹਨਾਂ ਲੋਕਾਂ ਦੀ ਮਿਹਰਬਾਨੀ ਕਰਕੇ ਕਿਸੇ ਨੂੰ ਅਕੈਡਮੀਆਂ 'ਚ ਪਾਤਾ, ਕਿਸੇ ਨੂੰ ਪ੍ਰਾਈਵੇਟ ਕਾਲਜਾਂ 'ਚ ਪਾਤਾ, ਕਿਸੇ ਨੂੰ ਕਿਤੇ ਪਾਤਾ, ਕਿਸੇ ਨੂੰ ਕੋਈ ਪੈਕੇਜ ਵੇਚਤਾ। ਦੋਸਤੋ CIC ਨੇ ਤੁਹਾਨੂੰ ਕੋਈ ਵੀ ਚੀਜ਼ ਤੁਹਾਡੇ ਤੋਂ ਉਹਲੇ ਨਹੀਂ ਰੱਖੀ ਹੋਈ। ਹਰ ਚੀਜ਼ ਦਾ ਤੁਹਾਡੇ ਕੋਲੇ ਟਰਾਂਸਪੇਰੈਂਸੀ ਦੇ ਕੇ ਤੁਹਾਨੂੰ ਦੱਸਿਆ ਵੀ ਕਿਹੜੇ ਕਾਲਜ ਕਿਹੜੀਆਂ ਯੂਨੀਵਰਸਿਟੀਜ਼ ਨੂੰ ਅਸੀਂ ਰਿਕਮੈਂਡ ਕਰਦੇ ਹਾਂ। ਉਹ ਲਿਖ ਕੇ ਭੇਜੀਆਂ ਤੁਹਾਨੂੰ ਉਹਨਾਂ ਨੇ ਵੀ ਆਹ ਕਾਲਜਿਸ 'ਚ ਦਾਖਲਾ ਲਓ, ਆਹ ਯੂਨੀਵਰਸਿਟੀਜ਼ ਦਾਖਲਾ ਲਓ। ਇਹ ਤੋਂ ਬਾਅਦ ਹੀ ਅਸੀਂ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰਾਈਟਸ ਦੇ ਸਕਾਂਗੇ। ਫਿਰ ਅਸੀਂ ਕਿਉਂ ਗਲਤ ਕਾਲਜ ਤੇ ਕੋਰਸ ਚੂਜ਼ ਕਰਦੇ ਹਾਂ? ਸਿਰਫ ਕੁਝ ਪੈਸੇ ਬਚਾਉਣ ਦੇ ਲਾਲਚ ਦੇ ਵਿੱਚ ਜਾਂ ਸਿਰਫ ਪੈਕੇਜਾਂ ਦੇ ਲਾਲਚ ਦੇ ਵਿੱਚ? ਪਰ ਉਹ ਤੁਸੀਂ ਸਮਝ ਨਹੀਂ ਪਾ ਰਹੇ ਵੀ ਇਨੀਸ਼ੀਅਲ ਲੈਵਲ 'ਤੇ ਉਹ 2-4 ਦਿਨਾਂ ਦੀ ਖੁਸ਼ੀ ਹੁੰਦੀ ਆ ਜਿੱਦਣ ਕੈਨੇਡਾ ਉਤਰ ਕੇ, ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਪੈਰ ਧਰ ਕੇ ਜਦੋਂ ਤੁਸੀਂ ਆਪਦੇ ਦੋਸਤ ਨੂੰ ਦੱਸਦੇ ਆ ਮੈਂ ਤਾਂ ਫਲਾਨ ਕਾਲਜ 'ਚ ਆਇਆ, ਫਿਰ ਜਦੋਂ ਉਹ ਤੁਹਾਨੂੰ ਦੱਸਦਾ ਕਿ ਇਹ ਤਾਂ ਤੂੰ ਗਲਤ ਪੰਗਾ ਲੈ ਲਿਆ, ਹੁਣ ਚੱਲ ਆਪਾਂ ਕੋਈ ਇੱਥੇ ਇਮੀਗ੍ਰੇਸ਼ਨ ਕੰਸਲਟੈਂਟ ਲੱਭੀਏ ਜਿਹੜਾ ਹੁਣ ਆਪਣੀ ਦੁਬਾਰੇ ਸ਼ੈੱਲ ਲਾ ਕੇ ਸਾਡੀ ਐਡਮਿਸ਼ਨ ਕਿਸੇ ਹੋਰ ਕਾਲਜ ਦੇ ਵਿੱਚ ਕਰਾਵੇ ਤਾਂ ਜੋ ਅਸੀਂ ਦੁਬਾਰੇ ਲੀ ਤੇ ਆਪਦੇ ਪ੍ਰੋਸੈਸ ਨੂੰ ਲਿਆ ਸਕੀਏ। ਸੋ ਦੋਸਤੋ, ਜਿੰਨੀਆਂ ਵੀਡੀਓਜ਼ ਹਰ ਬੰਦੇ ਨੂੰ ਅਧਿਕਾਰ ਆ, ਤੁਹਾਡੇ ਕੋਲੇ ਪੈਸਾ ਆ, ਤੁਸੀਂ ਬੂਸਟ ਕਰ ਸਕਦੇ ਹੋ ਆਪਦੀਆਂ ਵੀਡੀਓਜ਼। ਤੁਹਾਡੇ ਕੋਲੇ ਪੈਸਾ ਆ, ਤੁਸੀਂ ਕੋਈ ਵੀ ਡੇਲੀ ਬੇਸਿਸ ਦੇ ਉੱਤੇ ਵੀਡੀਓਜ਼ ਪਾ ਕੇ ਤੁਸੀਂ ਉਹਨਾਂ ਨੂੰ ਬੂਸਟ ਲਾ ਕੇ ਤੁਸੀਂ ਲੋਕਾਂ ਤੱਕ ਪਹੁੰਚਾ ਸਕਦੇ ਹੋ। ਤੁਹਾਡੇ ਕੋਲੇ ਅੱਜ ਅਧਿਕਾਰ ਆ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬੈਠ ਕੇ ਕੁਝ ਵੀ ਬੋਲ ਸਕਦੇ ਆ। ਪਰ ਮੈਂ ਇੰਨੀ ਗੱਲ ਜ਼ਰੂਰ ਬੋਲੂੰਗਾ ਕਿ ਜਦੋਂ ਅਸੀਂ ਕੋਈ ਸ਼ਬਦ ਬੋਲ ਰਹੇ ਹੁੰਦੇ ਆ, ਇਸ ਚੀਜ਼ ਦੀ ਜਮ੍ਹਾਂ ਘਟਾਓ ਜ਼ਰੂਰ ਕਰ ਲਿਆ ਕਰੋ ਕਿ ਉਹਦਾ ਅਸਰ ਸਾਡੀ ਜਨਰੇਸ਼ਨ 'ਤੇ ਕਿਹੋ ਜਿਹਾ ਪਊਗਾ। ਕਿਉਂਕਿ ਸਾਡੀ ਜਨਰੇਸ਼ਨ, ਜੇ ਅਸੀਂ ਇਸ ਇੰਡਸਟਰੀ ਤੋਂ ਪੈਸੇ ਕਮਾ ਰਹੇ ਹਾਂ ਤਾਂ ਸਾਡੀ ਇਹ ਰਿਸਪੌਂਸਿਬਿਲਿਟੀ ਆ ਕਿ ਅਸੀਂ ਉਹਨਾਂ ਦੀ ਇੱਥੋਂ ਕਰੀਅਰ ਕਾਉਂਸਲਿੰਗ ਕਰਕੇ ਭੇਜੀਏ। ਸਿਰਫ ਇਹ ਨਹੀਂ ਹੈ ਕਿ ਉਹਨਾਂ ਨੂੰ ਪੈਕੇਜ ਵੇਚਤਾ, ਵੀਜ਼ਾ ਲਵਾਤਾ, 100 ਕੇਸ ਅਪਲਾਈ ਕੀਤਾ, ਵਿੱਚੋਂ 10 ਦੇ ਵੀਜ਼ੇ ਆ ਗਏ ਅਤੇ ਉਹ ਬੱਲੇ ਬੱਲੇ ਕਰਾ ਕੇ ਉਹਨਾਂ ਨੂੰ ਪ੍ਰਮੋਟ ਕਰਤਾ। ਉਸ ਤੋਂ ਬਾਅਦ ਤੇ ਤੂੰ ਕੌਣ ਤੇ ਮੈਂ ਕੌਣ, ਚਲੋ ਜੀ ਤੁਸੀਂ ਉੱਥੇ ਜਾ ਕੇ ਹੁਣ ਧੱਕੇ ਖਾਓ ਉਹਨਾਂ ਹੋਰ ਕਾਲਜਾਂ 'ਚ। ਹੋਰ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਕੈਨੇਡਾ 'ਚ ਬੈਠੇ ਉਹਨਾਂ ਦੇ ਦਰ ਲੱਭੋ। ਸਾਡੇ ਵੀ ਆਫਿਸ ਨੇ ਉੱਥੇ, ਹਰ ਰੋਜ਼ ਸਟੂਡੈਂਟ ਸਾਡੇ ਕੋਲੇ ਆਉਂਦੇ ਨੇ। ਫਰਕ ਕੁਛ ਨਹੀਂ ਪੈਂਦਾ, ਅਸੀਂ ਤਾਂ ਹਰ ਪੱਖ ਤੋਂ ਪੈਸੇ ਹੀ ਕਮਾ ਰਹੇ ਹਾਂ। ਚਾਹੇ ਤੁਸੀਂ ਇੱਥੋਂ ਕੇਸ ਲਵਾ ਕੇ ਜਾਂਦੇ ਹੋ ਜਾਂ ਉੱਥੇ ਪਹੁੰਚ ਕੇ ਸਾਨੂੰ ਦੁਬਾਰਾ ਟਾਰਗੇਟ ਕਰਦੇ ਹੋ। ਸੋ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਦੋਸਤੋ, ਬਾਰ-ਬਾਰ ਇਹੋ ਜਿਹੀਆਂ ਵੀਡੀਓਜ਼ ਬਣਾਉਂਦਾ ਰਹੂੰਗਾ। ਜਦੋਂ ਵੀ ਮਾਰਕੀਟ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਉਹਨੂੰ ਉਸ ਮੇਰੇ ਭਰਾ ਨੂੰ ਜਾਂ ਹੋਰ ਕਿਸੇ ਬੰਦੇ ਨੂੰ 20 ਲੱਖ ਬੰਦਾ ਸੁਣਦਾ ਹੋਊਗਾ, ਪਰ ਜੇ ਮੈਨੂੰ 2 ਲੱਖ ਵੀ ਸੁਣਦਾ ਤਾਂ ਮੈਂ ਉਹਨਾਂ ਤੱਕ ਇਹ ਆਵਾਜ਼ ਜ਼ਰੂਰ ਪਹੁੰਚਾਊਂਗਾ ਕਿ ਰਾਹ ਉਹ ਚੁਣੋ। ਉਹਦਾ ਇਨੀਸ਼ੀਅਲ ਲੈਵਲ ਮੁਸ਼ਕਿਲ ਜ਼ਰੂਰ ਹੋ ਸਕਦਾ, ਪਰ ਜਦੋਂ ਉਹਦਾ ਰਿਜ਼ਲਟ ਆ ਹਮੇਸ਼ਾ ਸਹੀ ਤੇ ਚੰਗਾ ਨਿਕਲ ਕੇ ਆਊਗਾ। ਇਹਨਾਂ ਜਿਹੜੇ ਇਹ ਰਾਹ ਤੁਹਾਨੂੰ ਦੱਸੇ ਜਾ ਰਹੇ ਆ ਨਾ, ਇਹਨਾਂ ਦੇ ਰਿਜ਼ਲਟ ਬਹੁਤੇ ਚੰਗੇ ਨਹੀਂ ਗੇ। ਇਸ ਲਈ ਗੱਲ ਸਹੀ ਦੀ ਨਹੀਂ ਕਰਨੀ, ਗੱਲ ਅਸੀਂ ਪਹੇ ਦੀ ਕਰਨੀ ਆ। ਗੱਲ ਅਸੀਂ ਉਸ ਜਗ੍ਹਾ ਦੀ ਕਰਨੀ ਆ ਜਿੱਥੇ ਅਸੀਂ ਪਹੁੰਚਣਾ, ਤੇ ਜਿੱਥੇ ਪਹੁੰਚਣਾ ਉਹਦੀ ਪਲੈਨਿੰਗ ਹਮੇਸ਼ਾ ਇਨੀਸ਼ੀਅਲ ਲੈਵਲ 'ਤੇ ਕੀਤੀ ਜਾਂਦੀ ਆ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਗਾ। ਆਸ ਕਰਦਾ ਕਿ ਤੁਸੀਂ ਸਾਰੇ ਸੇਫ ਸੁਰੱਖਿਅਤ ਆਪਦੇ ਘਰਾਂ ਦੇ ਵਿੱਚ ਹੋਵੋਗੇ। ਆਸ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਕਿ ਦੁਬਾਰਾ ਸਾਡੀ ਜ਼ਿੰਦਗੀ ਰੂਟੀਨ ਲਾਈਫ ਸ਼ੁਰੂ ਹੋਊਗੀ ਜਲਦੀ। ਬਾਜ਼ਾਰਾਂ ਦੇ ਵਿੱਚ ਜੋ ਚਹਿਲ ਪਹਿਲ ਦੁਬਾਰਾ ਦੇਖਣ ਨੂੰ ਮਿਲੀ ਆ, ਦੁਬਾਰਾ ਆਫਿਸ ਖੁੱਲ੍ਹਣੇ ਸ਼ੁਰੂ ਹੋਏ ਨੇ। ਆਸ ਕਰਦਾ ਕਿ ਆਸ ਉਮੀਦ ਦੇ ਨਾਲ ਕਿ ਸਾਰੇ ਹੀ ਦੋਸਤ ਜਿਹੜੇ ਕਿਸੇ ਵੀ ਕੰਮਕਾਰ ਦੇ ਵਿੱਚ ਆ, ਉਹ ਦੁਬਾਰੇ ਆਪਦੀ ਇਕੋਨਮੀ, ਆਪਦੇ ਫਿਸਕਲ ਸਰਕਲ, ਆਪਦੇ ਸਿਸਟਮ ਨੂੰ ਦੁਬਾਰੇ ਪਲੇਟਫਾਰਮ 'ਤੇ ਲੈ ਆਉਣਗੇ। ਇੰਨਾ ਕਹਿੰਦਾ ਖਿਮਤ ਜਾਚਕਾਂ ਜੀ, ਧੰਨਵਾਦ।